ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਬੱਦਲਵਾਈ ਰਹੀ ਹੈ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 48 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਗਰਮ ਤੇ ਖੁਸ਼ਕ ਰਹੂਗਾ। ਪਰ ਲੰਘੇ ਕੱਲ੍ਹ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਕਿਣਮਣ ਹੋਣ ਦੀਆਂ ਖਬਰਾਂ ਮਿਲੀਆਂ। ਕਈ ਥਾਵਾਂ ਦੇ ਉੱਤੇ ਦਰਮਿਆਨਾ ਜਾਂ ਮੀਂਹ ਵੀ ਪਿਆ। ਜਦੋਂ ਹੁਣ ਮੀਂਹ ਪਿਆ, ਇਹਦੇ ਕਰਕੇ ਕਣਕ ਦੀ ਫਸਲ ਹੈ ਜਿਹੜੀ ਉਹ ਭਿੱਜ ਗਈ ਹੈ, ਨਮੀ ਵੱਧ ਗਈ ਹੈ, ਗਿੱਲੀ ਹੋ ਗਈ ਹੈ ਤੇ ਮੰਡੀਆਂ ਦੇ ਵਿੱਚ ਜਿਹੜੀ ਫਸਲ ਇਸ ਵਕਤ ਪਈ ਹੈ, ਕਿਉਂਕਿ ਬਾਰਦਾਨੇ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਘਾਟ ਆ ਮੰਡੀਆਂ ਦੇ ਵਿੱਚ। ਕਿਸਾਨ ਆੜ੍ਹਤੀਆਂ ਨੂੰ ਕਹਿੰਦੇ ਆ, ਆੜ੍ਹਤੀਏ ਖਰੀਦ ਏਜੰਸੀਆਂ ਨੂੰ ਕਹਿੰਦੇ ਆ, ਖਰੀਦ ਏਜੰਸੀਆਂ ਕਹਿੰਦੀਆਂ ਬਾਰਦਾਨਾ ਹੈ ਨਹੀਂ। ਤੇ ਇਸ ਵਕਤ ਬਹੁਤ ਵੱਡੇ ਪੱਧਰ ਦੇ ਉੱਤੇ ਸਮੱਸਿਆ ਬਣੀ ਪਈ ਆ ਬਾਰਦਾਨੇ ਦੀ। ਸੋ ਕਹਿਣ ਦਾ ਭਾਵ ਇਹ ਹੈ ਕਿ ਮੀਂਹ ਕਣੀ ਦਾ ਮੌਸਮ ਹੈਗਾ ਤੇ ਜੇਕਰ ਮੰਡੀਆਂ ਦੇ ਵਿੱਚ ਪਈ ਹੋਈ ਕਣਕ ਲਗਾਤਾਰ ਇਵੇਂ ਹੀ ਭਿੱਜਦੀ ਰਹੀ ਤਾਂ ਫਿਰ ਕਿਸਾਨਾਂ ਦਾ ਕੌਣ ਨੁਕਸਾਨ ਪੂਰਾ ਕਰੂਗਾ? ਸਵਾਲਾਂ ਦਾ ਸਵਾਲ ਇਹ ਹੈ। ਪਰ ਮੌਸਮ ਜੇਕਰ ਖੁਸ਼ਕ ਤੇ ਗਰਮ ਰਹਿੰਦਾ ਜਿਵੇਂ ਕਿ ਕਿਹਾ ਗਿਆ, ਆਉਂਦੇ 48 ਘੰਟਿਆਂ ਦੇ ਵਿੱਚ ਚੰਗੀ ਗੱਲ ਇਹੀ ਹੋਊਗੀ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ, ਇਹ ਭਾਰਤ ਦੇ ਵਿੱਚ ਕਰੋਨਾ ਮਹਾਮਾਰੀ ਨਾਲ ਜੁੜੀ ਹੈ। 24 ਘੰਟਿਆਂ ਦੇ ਵਿੱਚ ਭਾਰਤ ਦੇ ਅੰਦਰ 3 ਲੱਖ ਦੇ ਕਰੀਬ ਹਰ ਰੋਜ਼ ਕੇਸ ਆਉਣ ਲੱਗ ਪਏ ਆ। ਆਪਣੇ ਆਪ ਦੇ ਵਿੱਚ ਇਹ ਅੰਕੜਾ ਬੜਾ ਹੌਲਨਾਕ ਆ, ਬੜਾ ਦੁੱਖ ਦੇਣ ਵਾਲਾ, ਬੜਾ ਇਸ ਵਕਤ ਸਹਿਮ ਦੇ ਪਰਛਾਵੇਂ ਦੇ ਵਿੱਚ ਧੱਕਣ ਵਾਲਾ ਅੰਕੜਾ। ਪਰ ਇਹ ਹਾਲਾਤ ਪੈਦਾ ਕਿਉਂ ਹੋਏ ਆ, ਇਹਦੇ ਬਾਬਤ ਵੀ ਆਪਾਂ ਜਾਣਦੇ ਹਾਂ। ਭਾਰਤ ਦੇ ਵਿੱਚ ਜੋ ਪ੍ਰਬੰਧਾਂ ਦੇ ਵਿੱਚ ਖਾਮੀਆਂ, ਇਹ ਕਦੇ ਛੇਤੀ ਪੂਰੀਆਂ ਹੋ ਨਹੀਂ ਸਕਦੀਆਂ। ਇਹ ਖਾਮੀਆਂ ਕਦੇ ਦੂਰ ਹੋ ਨਹੀਂ ਸਕਦੀਆਂ। ਇਹਦੇ ਬਾਰੇ ਆਪਾਂ ਜਾਣਦੇ ਹਾਂ। ਅਸੀਂ ਇਹ ਨਹੀਂ ਕਹਿੰਦੇ ਕਿ ਫਲਾਣੀ ਪਾਰਟੀ ਦੀ ਸਰਕਾਰ ਦੇ ਮੌਕੇ ਸਾਰਾ ਕੁਝ ਚੰਗਾ ਸੀ। ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਪਾਰਟੀ ਦੀ ਸਰਕਾਰ ਆਈ ਹੈ, ਉਹਨੇ ਲੋਕਾਂ ਨੂੰ ਕਿਹਾ ਬਹੁਤ ਕੁਝ ਆ, ਪਰ ਕੀਤਾ ਉਹਦੇ ਵਿੱਚੋਂ 25% ਵੀ ਨਹੀਂ। ਵਰਤਮਾਨ ਸਮੇਂ 'ਚ ਵੀ ਇਹੀ ਚੱਲਦਾ, ਇਸ ਤੋਂ ਪਹਿਲਾਂ ਵੀ ਇਹੀ ਚੱਲਦਾ ਰਿਹਾ। ਤੇ ਜਿੱਦਾਂ ਦੇ ਲੋਕਾਂ ਨੇ ਚੇਤੇ ਆ ਤੇ ਜਿੱਦਾਂ ਦੇ ਲੋਕਾਂ ਨੇ ਕਿਰਦਾਰ ਬਣੇ ਪਏ ਆ ਇਸ ਵਕਤ ਬਹੁ ਗਿਣਤੀ ਦੇ, ਸ਼ਾਇਦ ਭਾਰਤ ਦੇ ਵਿੱਚ ਉਹ ਲੋੜਾਂ, ਅਸਲ ਲੋੜਾਂ ਜਿਹੜੀਆਂ ਉਹ ਛੇਤੀ ਕਿਤੇ ਪੂਰੀਆਂ ਨਾ ਵੀ ਹੋਣ, ਕਿਉਂਕਿ ਅਸੀਂ ਇਸ ਵਕਤ ਆਪਣੀ ਜ਼ਮੀਰ ਨੂੰ ਗਹਿਣੇ ਪਾਉਣ ਲੱਗੇ ਸਕਿੰਟਾਂ ਦੇ ਵਿੱਚ ਹੀ ਫੈਸਲਾ ਕਰ ਲੈਂਦੇ ਹਾਂ। ਭਾਰਤ ਦੇ ਵਿੱਚ ਲੋੜ ਇਸ ਵਕਤ ਕਿਹੜੀ ਚੀਜ਼ ਦੀ ਹੈ ਤੇ ਗੱਲ ਕਿਹੜੀ ਕੀਤੀ ਜਾਂਦੀ ਹੈ, ਇਹਦੇ ਵਿੱਚ ਬਹੁਤ ਵੱਡਾ ਅੰਤਰ ਹੈ। ਲੋੜ ਤਾਂ ਇਸ ਵਕਤ ਇਸ ਗੱਲ ਦੀ ਹੈ ਕਿ ਸਿਹਤ ਸਹੂਲਤਾਂ ਵਧੀਆ ਹੋਣ, ਸਿੱਖਿਆ ਦਾ ਪੱਧਰ ਉੱਚਾ ਹੋਵੇ, ਨਾਗਰਿਕਾਂ ਨੂੰ ਮੁੱਢਲੀਆਂ ਸਹੂਲਤਾਂ ਮਿਲਣ, ਵੋਟਰਾਂ ਨੂੰ। ਪਰ ਬਣਦੀਆਂ ਇੱਥੇ ਮੂਰਤੀਆਂ, ਲੱਗਦੇ ਇੱਥੇ ਬਹੁਤ ਉੱਚੇ ਬੁੱਤ ਆ। ਮਾਣ ਕਿਹੜੀ ਗੱਲ ਤੇ ਕੀਤਾ ਜਾਂਦਾ? ਅਖੇ ਅਸੀਂ ਬੁੱਤ ਬਹੁਤ ਉੱਚਾ ਲਾਤਾ। ਭਾਰਤ ਦਾ ਸਭ ਤੋਂ ਨਹੀਂ ਸਗੋਂ ਦੁਨੀਆ ਦਾ ਸਭ ਤੋਂ ਵੱਡਾ ਬੁੱਤ ਅਸੀਂ ਲਾਤਾ, ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਅਸੀਂ ਬਣਾ ਲਿਆ। ਹੁਣ ਜਿਹੜੇ ਆਮ ਲੋਕ ਆ, ਜਿਹੜੇ ਕਿ ਅੱਜ ਭਾਰਤ ਦੇ ਵਿੱਚ ਆਕਸੀਜਨ ਦੀ ਥੁੜ ਦੇ ਕਰਕੇ ਮਰ ਰਹੇ ਆ, ਜਿਨ੍ਹਾਂ ਦੇ ਹਸਪਤਾਲਾਂ ਵਿੱਚ ਸਾਹ ਬੰਦ ਹੋ ਰਹੇ ਆ, ਆਕਸੀਜਨ ਦੀ ਸਪਲਾਈ ਪੂਰੀ ਨਹੀਂ ਹੋ ਰਹੀ, ਉਹ ਲੋਕ ਜਾ ਕੇ ਹੁਣ ਮੂਰਤੀਆਂ ਨੂੰ ਚੱਟ ਲੈਣ, ਉਹ ਲੋਕ ਜਾ ਕੇ ਹਸਪਤਾਲਾਂ ਦੇ ਵਿੱਚ ਇਲਾਜ ਕਰਵਾਉਣ, ਜਾਂ ਫਿਰ ਜਾ ਕੇ ਸਟੇਡੀਅਮਾਂ ਦੇ ਵਿੱਚ ਨੱਚ ਲੈਣ ਜਾਂ ਉਹਨੂੰ ਚੱਟ ਲੈਣ ਵੀ ਭਾਈ ਦੇਖੋ ਭਾਰਤ ਦੇ ਵਿੱਚ ਇਹ ਕਮਾਲਾਂ ਹੋਈਆਂ ਪਈਆਂ। ਜੋ ਕਰਨਾ ਚਾਹੀਦਾ ਉਹਦੇ ਵੱਲ ਖਿਆਲ ਨਹੀਂ, ਤੇ ਜੋ ਨਹੀਂ ਕਰਨਾ ਚਾਹੀਦਾ ਉਹ ਪਹਿਲ ਦੇ ਆਧਾਰ ਦੇ ਉੱਤੇ ਕੀਤਾ ਜਾ ਰਿਹਾ। ਕੱਲ੍ਹ ਕੁਝ ਤਸਵੀਰਾਂ ਦੇਖ ਕੇ ਮੇਰਾ ਮਨ ਭਾਵੁਕ ਹੋ ਗਿਆ। ਬਹੁਤ ਸਾਰੇ ਮਰੀਜ਼ ਇਸ ਵਕਤ ਇਹੋ ਜਿਹੇ ਆ ਭਾਰਤ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ, ਜਿਨ੍ਹਾਂ ਨੂੰ ਬੈੱਡ ਨਹੀਂ ਮਿਲ ਰਿਹਾ, ਉਹ ਕਰੋਨਾ ਪੀੜਤ ਆ। ਹੁਣ ਉਹਨਾਂ ਨੂੰ ਕੁਝ ਕੁ ਜਿਹੜੇ ਸਮਾਜ ਸੇਵੀ ਆ ਉਹ ਸਿਲੰਡਰ ਮੁਹੱਈਆ ਕਰਵਾ ਰਹੇ ਆ। ਸਿਲੰਡਰ ਲਾ ਕੇ ਉਹ ਆਕਸੀਜਨ ਵਾਲੀ ਕੈਪ ਆ ਜਿਹੜੀ, ਉਹ ਮਾਸਕ ਆ ਜਿਹੜਾ, ਉਹ ਲਾ ਕੇ ਨੱਕ ਨੂੰ ਤੇ ਬੈਠੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਆ। ਇਹ ਤਸਵੀਰਾਂ ਦੇਖ ਕੇ ਜਿਹੜਾ ਉਹ ਕਾਲਜਾ ਮੂੰਹ ਨੂੰ ਆ ਜਾਂਦਾ ਵੀ ਭਾਰਤ ਦੇ ਵਿੱਚ ਇਹ ਸਹੂਲਤਾਂ, ਭਾਰਤ ਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਹਮਨੇ ਇਹ ਕਮਾਲ ਕਰ ਦਿਆ, ਹਮਨੇ ਉਹ ਕਮਾਲ ਕਰ ਦਿਆ, ਆਹ ਕਮਾਲ ਕਰ ਦਿਆ। ਇੱਕ ਮੈਂ ਹੋਰ ਰਿਪੋਰਟ ਪੜ੍ਹੀ, ਪੱਛਮੀ ਬੰਗਾਲ ਦੇ ਵਿੱਚ ਇਸ ਵਾਰ ਚੋਣ ਪ੍ਰਚਾਰ ਦੇ ਮੌਕੇ ਜਿੰਨੀਆਂ ਰੈਲੀਆਂ ਕੀਤੀਆਂ ਗਈਆਂ, ਜਿੰਨੇ ਵੱਡੇ ਇਕੱਠ ਕੀਤੇ ਗਏ ਆ, ਇਹਦੇ ਕਰਕੇ ਹੁਣ ਤੱਕ 1500% ਦੀ ਕਰੋਨਾ ਕੇਸਾਂ ਦੇ ਵਿੱਚ ਵਾਧਾ ਹੋਇਆ ਇੱਕ ਸੂਬੇ ਦੇ ਵਿੱਚ, ਪੱਛਮੀ ਬੰਗਾਲ ਦੇ ਵਿੱਚ। ਤੇ ਹਾਲੇ ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਆ, ਆਪ ਇਕੱਠੇ ਮਤ ਹੋਈਏ, आप सामाजिक दूरी का, शारीरिक दूरी का पालन कीजिए, आप मास्क लगा के रखिए, आप सैनिटाइजर यूज़ करते रहिए, एहतियात का पालन करिए। तो आप उन्होंने वालों इकट्ठ किए जाते हैं तो आप खुशी के हथ हिलाते हैं, कहते भी भाई इन्ना वड्डा इकट्ठ देख के नज़ारा आ गया। सो भारत के बनूगा कि मैं तो कदे कदे इसे गल सोचता रहना। इस वक्त दिल्ली के आक्सीजन की बहुत वड्डे पद्धर पर किल्लत आ। पंजाब के मुख्य मंत्री ने भी केंद्र को चिट्ठी लिखी है भी भाई इत्थे भी आक्सीजन के सिलेंडर की घाट है। महाराष्ट्र के भी ਆਕਸੀਜਨ ਦੀ ਘਾਟ ਹੈ, ਸਾਡੇ ਕੋਲੋਂ ਆਕਸੀਜਨ ਵੀ ਪੂਰੀ ਨਹੀਂ ਹੋ ਰਹੀ ਤੇ ਹੋਰ ਅਸੀਂ ਕਰਨਾ ਕੀ ਹੈ? ਹੋਰ ਦੁੱਖ ਦੀ ਗੱਲ ਇਹ ਹੈ ਵੀ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਕੇਂਦਰ ਦੀ ਸਰਕਾਰ ਕੀ ਕਹਿੰਦੀ ਹੈ? फिक्र की कोई बात नहीं, हमारे पास पूरी मात्रा में ऑक्सीजन के भंडार मौजूद हैं। तो जेकर मौजूद आ तो फिर ਵੱਖ-ਵੱਖ सूबਿਆਂ ਨੂੰ भेजी जाए। फिर ये अड़िका किहड़ी गल दा? ऑक्सीजन तुसीं करनी की है? लोड़वंदां तक पहुँचनी चाहिए है। पर लंघे कल दिल्ली हाई कोर्ट के वल्लों केंद्र की सरकार नूं जिस तरीके दे नाल झिड़कां मारियां गईयां, ਉਹਦੇ ਤੋਂ ਬਾਅਦ ਸਵਾਲ ਤਾਂ ਬਹੁਤ ਵੱਡੇ ਪੈਦਾ ਹੁੰਦੇ ਜੇਕਰ ਸਮਝਿਆ ਜਾਵੇ ਤਾਂ। ਮਾਣਯੋਗ ਹਾਈ ਕੋਰਟ ਨੇ ਗੱਲ ਕਹੀ ਆ, ਭਾਵੇਂ ਤੁਸੀਂ ਗਿੜਗੜਾਓ,
ਭਾਵੇਂ ਤੁਸੀਂ ਚੋਰੀ ਕਰਕੇ ਲੈ ਕੇ ਆਓ, ਪਰ ਤੁਸੀਂ ਫੈਸਲਾ ਕਰਨ ਦੇ ਉੱਤੇ 20 ਦਿਨ ਲਾ ਦਿੰਦੇ, ਮਹੀਨਾ ਲਾ ਦਿੰਦੇ ਆ, ਉਨੀ ਦੇਰ ਤੱਕ ਹਸਪਤਾਲ ਦੇ ਵਿੱਚ ਲੋਕ ਮਰਦੇ ਰਹਿਣ। ਇਹ ਉਹ ਵੇਲਾ ਭਾਰਤ ਦੇ ਵਿੱਚ ਜਦੋਂ ਨਾਸਿਕ ਦੇ ਜ਼ਾਕਿਰ ਹੁਸੈਨ ਹਸਪਤਾਲ ਦੇ ਵਿੱਚ ਗੈਸ ਵਾਲਾ ਆਕਸੀਜਨ ਵਾਲਾ ਸਿਲੰਡਰ ਆ ਜਿਹੜਾ ਉਹ ਲੀਕ ਹੋ ਜਾਂਦਾ, ਉਹਦੇ ਕਰਕੇ 24 ਦੇ ਕਰੀਬ ਲੋਕਾਂ ਦੀ ਮੌਤ ਹੋ ਜਾਂਦੀ ਹੈ, 24 ਦੇ ਕਰੀਬ ਮਰੀਜ਼ਾਂ ਦੀ, ਜਿਹੜੇ ਕਿ ਵੱਖ-ਵੱਖ ਰੋਗਾਂ ਤੋਂ ਪੀੜਤ ਉੱਥੇ ਸੀਗੇ। ਉਹਦਾ ਕਾਰਨ ਇਹ ਆ ਵੀ ਅਸੀਂ ਹਸਪਤਾਲਾਂ ਦੇ ਵਿੱਚ ਕਦੇ ਵੀ ਜਿਹੜੇ ਔਜ਼ਾਰ ਆ, ਜਿਹੜੇ ਉਪਕਰਨ ਆ, ਉਹਨਾਂ ਦੇ ਖਿਆਲ ਹੀ ਨਹੀਂ ਕੀਤਾ। ਜਿੰਨੀ ਦੇਰ ਤੱਕ ਉੱਥੇ ਭੱਜ ਟੁੱਟ ਨਹੀਂ ਹੁੰਦੀ, ਵੱਡਾ ਹਾਦਸਾ ਨਹੀਂ ਵਾਪਰਦਾ, ਅਸੀਂ ਰਿਪੇਅਰ ਦੇ ਵੱਲ ਕਦੇ ਖਿਆਲ ਹੀ ਨਹੀਂ ਕਰਦੇ। ਅਚਾਨਕ ਤਾਂ ਸਾਰਾ ਕੁਝ ਭਾਰਤ ਦੇ ਵਿੱਚ ਹੁੰਦਾ ਨੀਗਾ, ਇਹ ਸਾਰਾ ਕੁਝ ਹੌਲੀ-ਹੌਲੀ ਹੁੰਦਾ, ਪਰ ਇਹ ਅਚਾਨਕ ਵਾਲੀ ਗੱਲ ਕਹਿ ਦਿੱਤੀ ਜਾਂਦੀ ਹੈ, ਜਦ ਕਿ ਹੋਰ ਕਿਸੇ ਦੇਸ਼ ਦੇ ਵਿੱਚ ਇੱਦਾਂ ਨਹੀਂ ਹੁੰਦਾ। 35 ਦੇ ਕਰੀਬ ਉੱਥੇ ਮਰੀਜ਼ ਇਸ ਵਕਤ ਗੰਭੀਰ ਹੈਗੇ ਆ, 24 ਦੇ ਕਰੀਬ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਤੇ 2 ਘੰਟੇ ਤੱਕ ਮਰੀਜ਼ ਆਕਸੀਜਨ ਤੋਂ ਬਿਨਾਂ ਤੜਫਦੇ ਰਹੇ ਆ, ਕਿਉਂਕਿ ਆਕਸੀਜਨ ਦੀ ਸਪਲਾਈ ਉਸ ਹਸਪਤਾਲ ਦੇ ਵਿੱਚ ਰੁਕ ਗਈ ਸੀ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਹਾਈ ਕੋਰਟ ਦੇ ਵੱਲੋਂ ਕੇਂਦਰ ਦੀ ਸਰਕਾਰ ਨੂੰ ਕਿਵੇਂ ਝਿੜਕਾਂ ਮਾਰੀਆਂ ਗਈਆਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਦਿੱਲੀ ਹਾਈ ਕੋਰਟ ਨੇ ਆਕਸੀਜਨ ਸੰਕਟ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਝਾੜ ਪਾਈ ਹੈ। ਜ਼ਿਕਰਯੋਗ ਹੈ ਕਿ ਕਰੋਨਾ ਦੀ ਦੂਜੀ ਲਹਿਰ ਦੇ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕਈ ਸੂਬਿਆਂ ਦੇ ਹਸਪਤਾਲ ਇਸ ਵਕਤ ਆਕਸੀਜਨ ਦੀ ਕਮੀ ਦਾ ਸਾਹਮਣਾ ਕਰ ਰਹੇ ਨੇ ਤੇ ਦੇਸ਼ ਦੇ ਵਿੱਚ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 21 ਲੱਖ ਤੋਂ ਪਾਰ ਹੋ ਗਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੋ ਤਿੱਖੀਆਂ ਟਿੱਪਣੀਆਂ ਹਾਈ ਕੋਰਟ ਦੇ ਵੱਲੋਂ ਕੀਤੀਆਂ ਗਈਆਂ, ਉਹਨਾਂ ਦਾ ਕੀ ਅਸਰ ਹੁੰਦਾ ਕੁਝ ਕਹਿ ਨਹੀਂ ਸਕਦੇ, ਪਰ ਇਹ ਗੱਲ ਕਹੀ ਗਈ ਹੈ ਕਿ ਸਰਕਾਰ ਜ਼ਮੀਨੀ ਹਕੀਕਤ ਨੂੰ ਲੈ ਕੇ ਇੰਨੀ ਬੇਖਬਰ ਕਿਉਂ ਹੈ? ਕੀ ਤੁਸੀਂ ਆਕਸੀਜਨ ਦੀ ਘਾਟ ਦੇ ਕਰਕੇ ਲੋਕਾਂ ਨੂੰ ਇਸ ਕਦਰ ਮਰਦਾ ਦੇਖਣਾ ਚਾਹੁੰਦੇ ਹੋ? ਤੁਸੀਂ ਆਪਣਾ ਸਮਾਂ ਲੈਂਦੇ ਰਹੋ ਤੇ ਲੋਕ ਮਰਦੇ ਰਹੋ, ਇੱਦਾਂ ਸੰਭਵ ਨਹੀਂ ਹੈ। ਤੁਸੀਂ ਇੰਡਸਟਰੀ ਨੂੰ ਲੈ ਕੇ ਚਿੰਤਤ ਹੋ ਜਦ ਕਿ ਲੋਕ ਮਰ ਰਹੇ ਨੇ। ਇਹ ਆਪਣੇ ਆਪ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਨੇ। ਇਹਦੇ ਮਾਇਨੇ ਇਹ ਨੇ ਕਿ ਸਰਕਾਰ ਦੇ ਲਈ ਇਨਸਾਨ ਦੀ ਜ਼ਿੰਦਗੀ ਕੋਈ ਮਾਇਨੇ ਨਹੀਂ ਰੱਖਦੇ। ਅੱਜ ਸਥਿਤੀ ਇਹ ਹੈ ਕਿ ਹਸਪਤਾਲ ਡਰਾਈ ਹਾਲਤ ਦੇ ਵਿੱਚ ਨੇ। ਸਾਡੀ ਚਿੰਤਾ ਦਾ ਕਾਰਨ ਕੇਵਲ ਦਿੱਲੀ ਨਹੀਂ, ਅਸੀਂ ਜਾਣਨਾ ਚਾਹੁੰਦੇ ਹਾਂ ਕਿ ਪੂਰੇ ਭਾਰਤ ਦੇ ਵਿੱਚ ਆਕਸੀਜਨ ਦੀ ਸਪਲਾਈ ਨੂੰ ਲੈ ਕੇ ਕੇਂਦਰ ਕੀ ਕਰ ਰਹੀ ਹੈ। ਪਟੀਸ਼ਨ ਦੇ ਉੱਤੇ ਹੈਰਾਨ ਨਾ ਹੋਵੋ, ਤੁਹਾਨੂੰ ਹਕੀਕਤ ਸਮਝਣੀ ਚਾਹੀਦੀ ਹੈ। ਆਕਸੀਜਨ ਦੀ ਜ਼ਰੂਰਤ ਕਈ ਵਾਰ ਵਧੀ ਹੈ। ਇਹ ਕੇਂਦਰ ਦੀ ਜ਼ਿੰਮੇਵਾਰੀ ਹੈ ਕਿ ਪੂਰੀ ਮਾਤਰਾ ਦੇ ਵਿੱਚ ਆਕਸੀਜਨ ਸਪਲਾਈ ਯਕੀਨੀ ਬਣਾਈ ਜਾਵੇ, ਜੋ ਲੋਕਾਂ ਦੀ ਜ਼ਿੰਦਗੀ ਦਾ ਮੌਲਿਕ ਅਧਿਕਾਰ ਦੇ ਨਾਲ ਜੁੜੀ ਹੋਈ ਹੈ। ਜੇ ਟਾਟਾ ਗਰੁੱਪ ਦੇ ਵੱਲੋਂ ਆਪਣੇ ਪਲਾਂਟ ਦੇ ਵਿੱਚ ਉਤਪਾਦਨ ਆਕਸੀਜਨ ਨੂੰ ਡਾਇਵਰਟ ਕੀਤਾ ਜਾ ਸਕਦਾ ਤਾਂ ਬਾਕੀਆਂ ਦੇ ਵੱਲੋਂ ਕਿਉਂ ਨਹੀਂ? ਕੀ ਇਨਸਾਨੀਅਤ ਦਾ ਕੋਈ ਮਤਲਬ ਨਹੀਂ ਹੈ? ਸਰਕਾਰ ਸਟੀਲ ਤੇ ਪੈਟਰੋਲੀਅਮ ਇੰਡਸਟਰੀ ਤੋਂ ਆਕਸੀਜਨ ਡਾਇਵਰਟ ਕਰ ਸਕਦੀ ਹੈ, ਜਿਹੜੀ ਉਹਨਾਂ ਦੇ ਇਸਤੇਮਾਲ ਦੇ ਲਈ ਪ੍ਰੋਡਿਊਸ ਕੀਤੀ ਜਾ ਰਹੀ ਹੈ। ਕੱਲ੍ਹ ਅਸੀਂ ਪੈਟਰੋਲੀਅਮ ਤੇ ਸਟੀਲ ਇੰਡਸਟਰੀ ਦੇ ਆਕਸੀਜਨ ਦੇ ਬਾਰੇ ਗੱਲ ਕੀਤੀ ਸੀ, ਤੁਸੀਂ ਇਸ ਮੁਤਲਕ ਕੀ ਕੀਤਾ? ਨਤੀਜਾ ਕੀ ਨਿਕਲਿਆ? ਇਹਨਾਂ ਫਾਈਲਾਂ ਨੂੰ ਲੈ ਕੇ ਕੋਈ ਫਰਕ ਨਹੀਂ ਪੈਂਦਾ। ਇੰਡਸਟਰੀ ਮਦਦ ਵਾਸਤੇ ਤਿਆਰ ਹੈ। ਤੁਹਾਡੇ ਕੋਲ ਆਪਣੀਆਂ ਪੈਟਰੋਲੀਅਮ ਕੰਪਨੀਆਂ ਨੇ, 에ਅਰ ਫੋਰਸ ਹੈ, ਅਸੀਂ ਇਹਦੇ ਆਦੇਸ਼ ਦਿੱਤੇ ਸਨ, ਪਰ ਤੁਸੀਂ ਕੀਤਾ ਕੀ ਹੈ? ਸਰਕਾਰ ਜ਼ਮੀਨੀ ਹਕੀਕਤ ਨੂੰ ਦੇਖ ਕੇ ਜਾਗ ਕਿਉਂ ਨਹੀਂ ਰਹੀ? ਅਸੀਂ ਹੈਰਾਨ ਹਾਂ ਕਿ ਇਹ ਕੀ ਹੋ ਰਿਹਾ। ਕਿਰਪਾ ਕਰਕੇ ਹਾਲਾਤ ਦੀ ਗੰਭੀਰਤਾ ਦੇ ਉੱਤੇ ਗੌਰ ਕਰੋ ਤੇ ਹਜ਼ਾਰਾਂ ਜ਼ਿੰਦਗੀਆਂ ਇਸ ਵਕਤ ਖਤਰੇ ਦੇ ਵਿੱਚ ਨੇ। ਕੀ ਤੁਸੀਂ ਹਜ਼ਾਰਾਂ ਜ਼ਿੰਦਗੀਆਂ ਨੂੰ ਇਵੇਂ ਹੀ ਤਿਲ-ਤਿਲ ਕਰਕੇ ਮਰਨ ਦਿਓਗੇ? ਇਹਦੀ ਥਾਂ ਦੇ ਉੱਤੇ ਤੁਸੀਂ ਜੇਕਰ ਚਾਹੋ ਤਾਂ ਇਹ ਜ਼ਿੰਦਗੀਆਂ ਬਚ ਸਕਦੀਆਂ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਅੱਜ ਤੱਕ ਬਹੁਤ ਵਾਰ ਸੁਪਰੀਮ ਕੋਰਟ ਦੇ ਵੱਲੋਂ, ਹਾਈ ਕੋਰਟ ਦੇ ਵੱਲੋਂ, ਸਮੇਂ-ਸਮੇਂ ਦੇ ਉੱਤੇ ਹੋਰ ਹੇਠਲੀਆਂ ਅਦਾਲਤਾਂ ਦੇ ਵੱਲੋਂ ਕੇਂਦਰ ਦੀ ਸਰਕਾਰ ਜਾਂ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਦੇ ਉੱਤੇ ਤਿੱਖੇ ਕਟਾਕਸ਼ ਕੀਤੇ ਗਏ ਆ, ਪਰ ਉਹਨਾਂ ਦੀ ਗੈਂਡੇ ਵਾਲੀ ਚਮੜੀ ਦੇ ਉੱਤੇ ਕਦੇ ਬਹੁਤਾ ਅਸਰ ਹੋਇਆ ਨਹੀਂ। ਜੋ ਹਾਈ ਕੋਰਟ ਦੇ ਵੱਲੋਂ ਅੱਜ ਤਲਖ ਟਿੱਪਣੀਆਂ ਆਕਸੀਜਨ ਦੀ ਘਾਟ ਨੂੰ ਲੈ ਕੇ ਕੇਂਦਰ ਦੀ ਸਰਕਾਰ ਉੱਤੇ ਕੀਤੀਆਂ ਗਈਆਂ, ਮੈਨੂੰ ਜ਼ਾਤੀ ਤੌਰ ਦੇ ਉੱਤੇ ਜਾਪਦਾ ਕਿ ਬਹੁਤੀ ਛੇਤੀ ਇਹਨਾਂ ਗੱਲਾਂ ਦਾ ਅਸਰ ਹੋਣ ਵਾਲਾ ਨਹੀਂ, ਕਿਉਂਕਿ ਇਸ ਵਕਤ ਹਸਪਤਾਲ ਇੱਕ ਧੰਦਾ ਬਣ ਚੁੱਕੇ ਆ। ਨਾ ਸਰਕਾਰੀ ਹਸਪਤਾਲ ਦੇ ਵਿੱਚ ਪ੍ਰੋਪਰ ਸਹੂਲਤ ਮਿਲਦੀ ਹੈ ਤੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਵੇਲੇ ਸਿਰ ਇਲਾਜ ਭਾਵੇਂ ਮਿਲ ਜਾਵੇ, ਪਰ ਵੇਲੇ ਸਿਰ ਬੰਦੇ ਨੇ ਪੈਸਾ ਕਿੱਥੋਂ ਇਕੱਠਾ ਕਰਨਾ, ਜਿਹੜਾ ਗਰੀਬ ਗੁਰਬਾ ਬੰਦਾ, ਇਹ ਬਹੁਤ ਵੱਡਾ ਸਵਾਲ ਹੈ। ਮੈਂ ਕਦੇ-ਕਦੇ ਇਹ ਸੋਚਦਾ ਹੁੰਦਾ ਵੀ ਅਸੀਂ ਕਹਿੰਦੇ ਜੀ ਕਮਾਲ ਹੋਈ ਪਈ ਆ, ਭਾਰਤ ਦੇ ਵਿੱਚ ਤਾਂ ਇੰਨੀਆਂ ਸਿਹਤ ਸਹੂਲਤਾਂ, ਬਾਹਰਲੇ ਮੁਲਕਾਂ ਦੇ ਵਿੱਚੋਂ ਆ ਕੇ ਵੀ ਲੋਕ ਇੱਥੇ ਇਲਾਜ ਕਰਵਾ ਸਕਦੇ ਆ। ਹਾਂ, ਕਰਵਾ ਸਕਦੇ ਆ ਜਿਹਦੇ ਕੋਲੇ ਪੈਸਾ, ਪਰ ਕੀ ਭਾਰਤ ਦੇ ਵਿੱਚ ਇੱਕ ਇਹੋ ਜਿਹਾ ਸਰਕਾਰੀ ਹਸਪਤਾਲ ਹੈ? ਕੀ ਪੰਜਾਬ ਦੇ ਵਿੱਚ ਇੱਕ ਸਰਕਾਰੀ ਹਸਪਤਾਲ ਇਹੋ ਜਿਹਾ ਹੈ ਜਿੱਥੇ ਜੇਕਰ ਕੋਈ ਮੰਤਰੀ ਬਿਮਾਰ ਹੋ ਜਾਏ ਤਾਂ ਵੀ ਉਹ ਵੀ ਇਲਾਜ ਕਰਵਾਵੇ, ਕੋਈ ਵਿਧਾਇਕ ਢਿੱਲਾ ਮੱਠਾ ਹੋਵੇ ਉਹ ਵੀ ਇਲਾਜ ਕਰਵਾਵੇ, ਕੋਈ ਅਧਿਕਾਰੀ ਵੱਡਾ ਢਿੱਲਾ ਮੱਠਾ ਹੋਵੇ ਉਹ ਵੀ ਇਲਾਜ ਕਰਵਾਵੇ, ਤੇ ਜੇਕਰ ਕੋਈ ਖੇਤ ਮਜ਼ਦੂਰ, ਕੋਈ ਰਿਕਸ਼ਾ ਚਾਲਕ, ਕੋਈ ਪੈੜ ਦੇ ਉੱਤੇ ਖੜ੍ਹ ਕੇ ਕੰਮ ਕਰਨ ਵਾਲਾ ਜਾਂ ਕੋਈ ਕਿਸਾਨ ਜੇਕਰ ਬਿਮਾਰ ਹੋ ਜੇ ਉਹ ਵੀ ਉਸ ਥਾਂ ਦੇ ਉੱਤੇ ਪਿਆ ਹੋਵੇ। ਸੋ ਜਦੋਂ ਵੀ ਕਿਸੇ ਨੂੰ ਕਰੋਨਾ ਹੁੰਦਾ ਜਾਂ ਕੋਈ ਵੀ ਢਿੱਲ ਮੱਠ ਸਰੀਰ ਦੇ ਵਿੱਚ ਹੁੰਦੀ ਹੈ ਕਿਸੇ ਮੰਤਰੀ ਸੰਤਰੀ ਦੇ, ਉਹ ਤਾਂ ਜਾਂਦੇ ਅਮਰੀਕਾ ਵੱਲ ਸ਼ੂਟ ਵੱਟ ਕੇ, ਉਹ ਜਾਂਦੇ ਏਮਸ ਦੇ ਵੱਲ, ਉਹ ਜਾਂਦੇ ਮੈਦਾਂਤਾ ਹਸਪਤਾਲ ਦੇ ਵੱਲ, ਉਹ ਜਾਂਦੇ ਅਪੋਲੋ ਦੇ ਵੱਲ, ਉਹ ਕਿਸੇ ਹੋਰ ਵੱਡੇ ਹਸਪਤਾਲ ਦੇ ਵੱਲ ਜਾਂਦੇ ਆ। ਤੇ ਗਰੀਬ ਕਿੱਥੇ ਜਾਂਦੇ ਆ? ਸਰਕਾਰੀ ਹਸਪਤਾਲ ਦੇ ਵੱਲ। ਤੇ ਸਰਕਾਰੀ ਹਸਪਤਾਲ ਆਪ ਬਿਮਾਰ ਹੋਇਆ ਪਿਆ ਹੁੰਦਾ। ਇਸ ਕਰਕੇ ਲੋੜ ਇਸ ਵਕਤ ਇਹਨਾਂ ਚੀਜ਼ਾਂ ਨੂੰ ਦਰੁਸਤ ਕਰਨ ਦੀ ਹੈ ਜਿਹੜੀਆਂ ਕਿ ਹਾਲੇ ਤੱਕ ਹੋਈਆਂ ਨਹੀਂ। ਗੱਲ ਕਿਸੇ ਇੱਕ ਪਾਰਟੀ ਦੀ ਸਰਕਾਰ ਦੀ ਨਹੀਂ ਆ, ਗੱਲ ਸਾਡੀਆਂ ਕੇਂਦਰ ਦੀਆਂ ਸਰਕਾਰਾਂ,
ਸਾਡੀਆਂ ਸੂਬਿਆਂ ਦੀਆਂ ਸਰਕਾਰਾਂ ਦੀ ਬਦਨੀਤੀ ਦੀ ਹੈ, ਜਿਨ੍ਹਾਂ ਦੇ ਵੱਲੋਂ ਕਿਹਾ ਬਹੁਤ ਕੁਝ ਜਾਂਦਾ ਪਰ ਕੀਤਾ ਕੱਖ ਨਹੀਂ ਜਾਂਦਾ। ਕਾਗਜ਼ਾਂ ਦੇ ਵਿੱਚ ਬਹੁਤ ਕੁਝ ਕਿਹਾ ਜਾਂਦਾ, ਕਾਗਜ਼ਾਂ ਦੇ ਵਿੱਚ ਘਰ ਭਰ ਦਿੱਤਾ ਜਾਂਦਾ, ਪਰ ਜੋ ਹਕੀਕਤ ਆ ਉਹਦੇ ਤੋਂ ਆਪਾਂ ਸਾਰੇ ਜਾਣੂ ਹਾਂ ਤੇ ਹਕੀਕਤ ਤੋਂ ਕਦੇ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ। ਸੋ ਇਸ ਵਕਤ ਲੋਕਾਂ ਨੂੰ ਵੀ ਚੇਤੇ ਰੱਖਣਾ ਚਾਹੀਦਾ ਕਿ ਸਾਡੀਆਂ ਸਰਕਾਰਾਂ ਨੇ ਕੀਤਾ ਕੀ ਆ। ਅਸੀਂ ਤਿਲ ਤਿਲ ਕਰਕੇ ਮਰਦੇ ਰਹਿੰਦੇ ਹਾਂ, ਪਰ ਵੋਟਾਂ ਦੇ ਮੌਕੇ ਫਿਰ ਮੈਂ ਭਾਜਪਾ ਹੀ ਹਾਂ, ਮੈਂ ਕਾਂਗਰਸੀ ਹਾਂ, ਮੈਂ ਫਲਾਣਾ, ਮੈਂ ਅਕਾਲੀ ਦਲ ਦੇ ਨਾਲ ਜੁੜਿਆ, ਮੈਂ ਆਪ ਨਾਲ ਜੁੜਿਆ, ਮੈਂ ਫਲਾਣੀ ਨਾਲ ਜੁੜਿਆ। ਅਸੀਂ ਕਦੇ ਵੀ ਇਸ ਗੱਲ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਤੇ ਰਾਜਨੀਤਿਕ ਲੋਕਾਂ ਨੇ ਕਦੇ ਵੀ ਉਹ ਕੰਮ ਕੀਤੇ ਨਹੀਂ ਜਿਹੜੇ ਕਿ ਸਾਡੀ ਜ਼ਿੰਦਗੀ ਦੇ ਲਈ ਲੋੜੀਂਦੇ ਆ। ਕੇਂਦਰ ਦੀ ਸਰਕਾਰ ਆਪਰੇਸ਼ਨ ਕਲੀਨ ਚਲਾਉਣਾ ਚਾਹੁੰਦੀ ਹੈ, ਪਰ ਕਿਸਾਨਾਂ ਨੇ ਵੀ ਥਾਪੀ ਮਾਰ ਦਿੱਤੀ ਹੈ। ਉਹ ਕਹਿੰਦੇ ਵੀ ਠੀਕ ਹੈ, ਜੇਕਰ ਤੁਸੀਂ ਇੱਦਾਂ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਅਸੀਂ ਵੀ ਪੰਜੀ ਦਾ ਪੌਣ ਦਿਖਾਉਣ ਵਾਸਤੇ ਤਿਆਰ ਆ। ਜੋਗਿੰਦਰ ਸਿੰਘ ਉਗਰਾਹਾਂ ਦੀ ਜਿਹੜੀ ਜਥੇਬੰਦੀ ਹੈ, ਉਹਦੀ ਅਗਵਾਈ ਦੇ ਵਿੱਚ ਕੱਲ੍ਹ 15,000 ਦੇ ਕਰੀਬ ਕਿਸਾਨਾਂ ਦਾ ਵੱਡਾ ਜੱਥਾ ਟਿਕਰੀ ਬਾਰਡਰ ਦੇ ਉੱਤੇ ਪਹੁੰਚ ਚੁੱਕਿਆ ਤੇ ਜਾਂ ਕੁਝ ਕਿਸਾਨ ਹਾਲੇ ਜਾ ਵੀ ਰਹੇ ਆ। ਕਹਿਣ ਦਾ ਭਾਵ ਇਹ ਹੈ ਕਿ ਕਿਸਾਨਾਂ ਦੇ ਵੱਲੋਂ ਵੀ ਆਪਰੇਸ਼ਨ ਤਾਕਤ, ਆਪਰੇਸ਼ਨ ਪਾਵਰ ਦਿਖਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਰ ਇਸ ਦਰਮਿਆਨ ਵੀ ਕੇਂਦਰ ਦੀ ਸਰਕਾਰ ਦੇ ਵੱਲੋਂ ਹਰ ਰੋਜ਼ ਕੋਈ ਨਾ ਕੋਈ ਸ਼ਰਾਰਤ ਜੀ ਕੀਤੀ ਜਾਂਦੀ ਹੈ। ਮੈਂ ਕੱਲ੍ਹ ਇੱਕ ਰਿਪੋਰਟ ਪੜ੍ਹੀ, ਆਖੇ ਜੀ ਆਕਸੀਜਨ ਕੰਪਨੀਆਂ ਨੇ ਗੱਲ ਕਹੀ ਹੈ ਕਿ ਬਾਰਡਰਾਂ ਦੇ ਉੱਤੇ ਕਿਸਾਨ ਬਹੁਤ ਬੈਠੇ ਆ, ਇਸ ਕਰਕੇ ਸਾਨੂੰ ਵੇਲੇ ਸਿਰ ਸਪਲਾਈ ਪਹੁੰਚਾਉਣ ਦੇ ਵਿੱਚ ਦਿੱਕਤ ਬਹੁਤ ਵੱਡੀ ਆਉਂਦੀ ਹੈ। ਹੁਣ ਇਹ ਖਤ ਲਿਖਿਆ ਗਿਆ ਜਾਂ ਲਿਖਵਾਇਆ ਗਿਆ ਜਾਂ ਕੀ ਕਾਰਨ ਹੈ, ਇਹਦੇ ਬਾਬਤ ਤਾਂ ਆਪਾਂ ਜਾਣਦੇ ਹੀ ਹਾਂ, ਆਪਾਂ ਨਿਆਣੇ ਨਹੀਂ ਗੇ, ਸਾਰਿਆਂ ਨੂੰ ਸਾਰਾ ਕੁਝ ਪਤਾ ਹੀ ਹੈ। ਪਰ ਕਿਸਾਨਾਂ ਦੇ ਵੱਲੋਂ ਤਾਂ ਇਹਨਾਂ ਫਸੇ ਹੋਏ ਟਰੱਕਾਂ ਨੂੰ ਉੱਥੋਂ ਕੱਢਿਆ ਗਿਆ। ਕਿਸਾਨਾਂ ਦੇ ਵੱਲੋਂ ਵੇਲ ਦੇ ਕੇ, ਰਾਹ ਦੇ ਕੇ ਉਹਨਾਂ ਨੂੰ ਇਹ ਗੱਲ ਕਹੀ ਗਈ ਵੀ ਛੇਤੀ ਤੋਂ ਛੇਤੀ ਪਹੁੰਚੋ, ਕਿਉਂਕਿ ਕਿਸਾਨ ਆਪ ਪੀੜਤ ਆ। ਇਸ ਕਰਕੇ ਉਹ ਕਦੇ ਵੀ ਕਿਸੇ ਪੀੜਤ ਦੀ, ਜਿਹੜਾ ਕਿ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ, ਉਹਦੀ ਜ਼ਿੰਦਗੀ ਦੇ ਵਿੱਚ ਖਲਲ ਨਹੀਂ ਪੈਦਾ ਕਰ ਸਕਦਾ, ਉਹਦੀ ਜ਼ਿੰਦਗੀ ਦੇ ਵਿੱਚ ਵਿਘਨ ਨਹੀਂ ਪਾ ਸਕਦਾ, ਉਹਦੇ ਸਾਹਾਂ ਦੀ ਡੋਰ ਟੁੱਟਦੀ ਨਹੀਂ ਦੇਖ ਸਕਦਾ, ਕਿਉਂਕਿ ਕਿਸਾਨ ਦੀ ਆਪ ਦੀ ਸਾਹਾਂ ਦੀ ਡੋਰ ਇਸ ਵਕਤ ਟੁੱਟਦੀ ਜਾ ਰਹੀ ਹੈ ਕੇਂਦਰ ਦੀਆਂ ਤੇ ਸੂਬਾਈ ਸਰਕਾਰ ਦੀਆਂ ਨੀਤੀਆਂ ਮਾੜੀਆਂ ਹੋਣ ਦੇ ਕਰਕੇ। ਸੋ ਕਿਸਾਨਾਂ ਦੇ ਵੱਲੋਂ ਜੋ ਕਿਹਾ ਗਿਆ ਉਹਦੇ ਉੱਤੇ ਕੇਂਦਰ ਦੀ ਸਰਕਾਰ ਅਮਲ ਨਹੀਂ ਕਰਦੀ। ਹੁਣ ਕਿਸਾਨਾਂ ਨੇ ਇੱਕ ਬੜੀ ਵੱਡੀ ਤੇ ਮਹੱਤਵਪੂਰਨ ਗੱਲ ਕਹੀ ਹੈ। ਕਿਸਾਨਾਂ ਨੇ ਕਿਹਾ ਜੀ ਕਿ ਅਸੀਂ ਤਾਂ ਬਾਰਡਰਾਂ ਦੇ ਉੱਤੇ ਬੈਠੇ ਹਾਂ ਤੇ ਉਹਨਾਂ ਚਿਰ ਬੈਠੇ ਰਵਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ। ਪਰ ਜੇਕਰ ਸਰਕਾਰ ਕਰੋਨਾ ਦੇ ਨਾਂ ਦੇ ਉੱਤੇ ਸਾਨੂੰ ਕਵੇ ਜੀ ਚਲੇ ਜਾਓ, ਬਾਅਦ ਦੇ ਵਿੱਚ ਆ ਜਾਓ, ਸੰਕਟ ਬਹੁਤ ਵੱਧ ਗਿਆ, ਇਹ ਸੰਕਟ ਤੁਹਾਡੀਆਂ ਗਲਤੀਆਂ ਕਰਕੇ ਵਧਿਆ, ਇਹ ਸਾਡੇ ਕਰਕੇ ਨਹੀਂ ਵਧਿਆ। ਤੁਸੀਂ ਵੱਖ-ਵੱਖ ਸੂਬਿਆਂ ਦੇ ਵਿੱਚ ਰੈਲੀਆਂ ਕੀਤੀਆਂ, ਤੁਸੀਂ ਕੁੰਭ ਦੇ ਮੇਲੇ ਦੀ ਆਗਿਆ ਦਿੱਤੀ, ਤੁਸੀਂ ਵੱਖ-ਵੱਖ ਸੂਬਿਆਂ ਦੇ ਵਿੱਚ ਰਾਜਨੀਤਿਕ ਇਕੱਠ ਕੀਤੇ, ਤੁਸੀਂ ਧਾਰਮਿਕ ਥਾਵਾਂ ਦੇ ਉੱਤੇ ਇਕੱਠਾਂ ਨੂੰ ਰੋਕਿਆ ਨਹੀਂ। ਅਸੀਂ ਥੋੜ੍ਹੀ ਕੁਝ ਮਸਲਾ ਖੜਾ ਕੀਤਾ, ਅਸੀਂ ਤਾਂ ਇੱਥੇ ਮਜਬੂਰੀ 'ਚ ਬੈਠੇ, ਅਸੀਂ ਸ਼ੌਕ ਨੂੰ ਥੋੜ੍ਹੀ ਬੈਠੇ ਹਾਂ। ਤੁਸੀਂ ਸਾਡੇ ਮਸਲੇ ਹੱਲ ਕਰੋ, ਅਸੀਂ ਅਗਲੇ ਦਿਨ ਹੀ ਆਪੋ ਆਪਣੇ ਘਰਾਂ ਦੇ ਵਿੱਚ ਹੋਵਾਂਗੇ। ਸਾਡਾ ਚਿੱਤ ਨਹੀਂ ਕਰਦਾ, ਇਹ ਸਾਡੀ ਮਜਬੂਰੀ ਆ ਬਾਰਡਰਾਂ 'ਤੇ ਬਹਿਣਾ, ਸਾਡਾ ਕੋਈ ਸ਼ੌਕ ਨਹੀਂ ਆ। ਪਰ ਇਹ ਕਿਹੜੇ ਕਾਰਨ ਆ ਜਿਹਦੇ ਕਰਕੇ ਆਕਸੀਜਨ ਦੀ ਸਪਲਾਈ ਦੇ ਨਾਂ ਦੇ ਉੱਤੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਉਹ ਕਿਹੜੇ ਲੋਕ ਆ ਜਿਨ੍ਹਾਂ ਦੇ ਵੱਲੋਂ ਇਸ ਵਕਤ ਕਿਸਾਨਾਂ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਮੜੇ ਜਾ ਰਹੇ ਆ? ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਦਿੱਲੀ ਬਾਰਡਰਾਂ ਦੇ ਉੱਤੇ ਕਿਸਾਨਾਂ ਦਾ ਖੇਤੀ ਕਾਲੇ ਕਾਨੂੰਨਾਂ ਦੇ ਖਿਲਾਫ ਅੰਦੋਲਨ ਜਾਰੀ ਹੈ। ਇਸ ਦੌਰਾਨ ਦੇਸ਼ ਦੇ ਵਿੱਚ ਕਰੋਨਾ ਕਾਰਨ ਸਥਿਤੀ ਖਤਰਨਾਕ ਹੈ। ਇੱਕ ਟੈਂਕਰ ਚਾਲਕ ਨੇ ਕਿਹਾ, ਗਾਜ਼ੀਪੁਰ ਬਾਰਡਰ ਦੇ ਉੱਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ, ਪਰ ਆਕਸੀਜਨ ਦੇ ਟੈਂਕਰ ਨੂੰ ਦੇਖਦੇ ਹੀ ਕਿਸਾਨ ਭਰਾਵਾਂ ਨੇ ਜਲਦੀ ਹੀ ਰਾਹ ਖਾਲੀ ਕਰਵਾਇਆ ਤੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਤੈਅ ਸਮੇਂ ਤੋਂ ਪਹਿਲਾਂ ਉਹ ਟਰੱਕ ਪ੍ਰਵੇਸ਼ ਕਰ ਗਿਆ। ਸੂਤਰਾਂ ਮੁਤਾਬਕ ਦੱਖਣੀ ਦਿੱਲੀ ਸਥਿਤ ਬਾਲਾਜੀ ਹਸਪਤਾਲ ਦੇ ਵਿੱਚ ਆਕਸੀਜਨ ਦੀ ਘਾਟ ਹੋ ਗਈ ਸੀ। ਜਲਦ ਹੀ ਉੱਤਰ ਪ੍ਰਦੇਸ਼ ਦੇ ਪਲਾਂਟ ਤੋਂ ਆਕਸੀਜਨ ਦੀ ਪੂਰਤੀ ਕੀਤੀ ਗਈ ਹੈ। ਹਾਲਾਂਕਿ ਗੈਸ ਸਪਲਾਇਰ ਕਿਸਾਨ ਅੰਦੋਲਨ ਦੇ ਚੱਲਦਿਆਂ 2 ਤੋਂ 3 ਘੰਟੇ ਦਾ ਸਮਾਂ ਬਰਬਾਦ ਹੋਣ ਦਾ ਦਾਅਵਾ ਕਰ ਰਹੇ ਨੇ। ਦਿੱਲੀ ਬਾਰਡਰ ਦੇ ਉੱਤੇ ਜਾਰੀ ਕਿਸਾਨ ਅੰਦੋਲਨ ਵੱਲੋਂ ਆਕਸੀਜਨ ਟੈਂਕਰਾਂ ਨੂੰ ਰਾਹ ਨਹੀਂ ਮਿਲਦਾ, ਇਹੋ ਜਿਹੇ ਦੋਸ਼ ਲਾਏ ਜਾ ਰਹੇ ਨੇ, ਜਿਸ ਕਰਕੇ ਪਹੁੰਚਣ ਦੇ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਆਕਸੀਜਨ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੇ ਇਸ ਬਾਰੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ। ਪੱਤਰ ਦੇ ਵਿੱਚ ਕੰਪਨੀਆਂ ਨੇ ਕਿਹਾ ਕਿ ਜੇਕਰ ਰਾਹ ਖੁੱਲ੍ਹਿਆ ਮਿਲੇ ਤਾਂ ਘੱਟ ਸਮੇਂ ਦੇ ਵਿੱਚ ਦਿੱਲੀ 'ਚ ਆਕਸੀਜਨ ਨਾਲ ਭਰੇ ਟੈਂਕਰ ਪਹੁੰਚ ਜਾਣਗੇ। ਮਹੱਤਵਪੂਰਨ ਗੱਲ ਇਹ ਹੈ ਕਿ ਦਿੱਲੀ ਦੇ ਵਿੱਚ ਕਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਆਕਸੀਜਨ ਦੀ ਵੱਡੀ ਘਾਟ ਆਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਕਸੀਜਨ ਦੀ ਘਾਟ ਦੇ ਲਈ ਕੇਂਦਰ ਸਰਕਾਰ ਤੋਂ ਮਦਦ ਮੰਗੀ ਸੀ, ਪਰ ਦਿੱਲੀ ਤੇ ਆਸ-ਪਾਸ ਚੱਲ ਰਹੇ ਕਿਸਾਨ ਅੰਦੋਲਨਾਂ ਕਰਕੇ ਗੈਸ ਦੀ ਸਪਲਾਈ ਦੇ ਵਿੱਚ ਦਿੱਕਤ ਆ ਰਹੀ ਹੈ, ਇਹ ਗੱਲ ਆਖੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਉੱਤੇ ਕਿਸਾਨ ਅੰਦੋਲਨ ਦੀ ਹਮਾਇਤ ਦਾ ਦੋਸ਼ ਲਾਇਆ ਜਾ ਰਿਹਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜੇਕਰ 4.5 ਮਹੀਨੇ ਤੋਂ ਵੱਧ ਸਮੇਂ ਤੋਂ ਬੈਠੇ ਕਿਸਾਨਾਂ ਦੀ ਮਦਦ ਕਰਨ ਵਾਸਤੇ ਕੋਈ ਵੀ ਸਿਆਸੀ ਧਿਰ ਆਵੇ, ਉਹਦੇ ਸਮਰਥਕ ਹੋਣ, ਤਾਂ ਇਹਦੇ ਵਿੱਚ ਲੋੜੇ ਵਾਲੀ ਕਿਹੜੀ ਗੱਲ ਹੈ? ਇਉਂ ਤਾਂ ਲੰਘੇ ਕੱਲ੍ਹ ਬੀਜੇਪੀ ਦਾ ਹਰਿਆਣੇ ਦਾ ਇੱਕ ਸਿਰਕੱਢ ਨੇਤਾ ਜਿਹਦਾ ਨਾਂ ਹੈਗਾ ਪਵਨ ਬੈਨੀਪਾਲ ਤੇ ਉਹ ਬੀਜ ਨਿਗਮ ਦਾ ਸਾਬਕਾ ਚੇਅਰਮੈਨ ਆ, ਉਹਨੇ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ। ਉਹ ਛੱਡ ਕੇ ਬੀਜੇਪੀ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਆ ਕੇ ਬੈਠ ਗਿਆ। ਕਹਿੰਦਾ ਮੈਂ ਅੱਜ ਤੋਂ ਬਾਅਦ ਬੀਜੇਪੀ ਨੂੰ ਅਲਵਿਦਾ ਕਿਹਾ, ਕਿਸੇ ਪਾਰਟੀ 'ਚ ਸ਼ਾਮਲ ਨਹੀਂ ਹੋਣਾ ਤੇ ਮੈਂ ਸਿਰਸੇ ਦੇ ਵਿੱਚ ਅੱਜ ਕਿਸਾਨਾਂ ਦੇ ਇਕੱਠ ਦੇ ਵਿੱਚ ਕਹਿਣਾ ਕਿ ਅੱਜ ਤੋਂ ਬਾਅਦ ਕਿਸਾਨ ਬਣ ਕੇ ਰਹੂੰਗਾ।
ਤੇ ਉਹਦੇ ਉੱਤੇ ਵੀ ਜੇਕਰ ਦੋਸ਼ ਬੜੇ ਜਾਣ ਤਾਂ ਇਹਦਾ ਮਤਲਬ ਇਹ ਆ ਵੀ ਭਾਰਤ ਦੇ ਵਿੱਚ ਕੋਈ ਗੈਰਤ ਦੀ ਗੱਲ ਹੀ ਨਾ ਕਰੇ, ਕੋਈ ਜ਼ਮੀਰ ਦੀ ਆਵਾਜ਼ ਸੁਣੇ ਹੀ ਨਾ। ਜੇਕਰ ਕੋਈ ਕਿਸਾਨ ਦੇ ਹੱਕ ਦੇ ਵਿੱਚ ਬੋਲੇ ਉਹਨੂੰ ਅੱਤਵਾਦੀ ਕਹਿ ਦਿਓ, ਪਰ ਜਦੋਂ ਟੈਂਕਰ ਚਾਲਕ ਖੁਦ ਕਹਿ ਰਿਹਾ, ਆਕਸੀਜਨ ਦਾ ਟੈਂਕਰ ਚਲਾਉਣ ਵਾਲਾ, ਕਿ ਭਾਈ ਕਿਸਾਨਾਂ ਨੇ ਮੇਰੀ ਬੜੀ ਮਦਦ ਕੀਤੀ, ਕਿਸਾਨਾਂ ਨੇ ਤਾਂ ਮੈਨੂੰ ਵੇਲੇ ਤੋਂ ਪਹਿਲਾਂ ਪਹੁੰਚਾਤਾ, ਉਹਨਾਂ ਨੇ ਸਾਰੇ ਰਾਹ ਪੱਧਰੇ ਕਰਤੇ, ਤੇ ਉਧਰੋਂ ਸਪਲਾਇਰ ਹੈਗੇ ਜਿਹੜੇ ਉਹ ਗੱਲ ਕਹਿ ਰਹੇ ਜੀ ਕਿ ਇਹ ਤਾਂ ਕਿਸਾਨ 2-3 ਘੰਟੇ ਲੇਟ ਕਰ ਦਿੰਦੇ ਟੈਂਕਰ। ਇਹ ਵੀ ਕਿਸਾਨਾਂ ਨੂੰ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਹੁਣ ਤੱਕ ਕੇਂਦਰ ਦੀ ਸਰਕਾਰ ਦੇ ਵੱਲੋਂ ਬੜੇ ਛੜਯੰਤਰ ਰਚੇ ਗਏ ਆ। ਕਦੇ ਤਾਂ ਜੀ ਬਨੌਟੀ ਕਿਸਾਨ ਲਿਆ ਕੇ ਖੜੇ ਕੀਤੇ ਕਿ ਆਹ ਦੇਖੋ ਜੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਇਹ ਖੇਤੀ ਕਾਨੂੰਨ ਦੇ ਪੱਖ ਦੇ ਵਿੱਚ ਹੈ। ਕਦੇ ਡਲੇ ਮਾਰੇ ਗਏ ਕੁਝ ਕੁ ਗੁੰਡਿਆਂ ਦੇ ਵੱਲੋਂ, ਕਦੇ ਪੁਲਿਸ ਦਾ ਲਾਠੀਚਾਰਜ, ਕਦੇ ਕਿਸਾਨਾਂ ਨੂੰ ਅੱਤਵਾਦੀ ਕਹਿਣਾ, ਗੋਦੀ ਮੀਡੀਆ ਪਿੱਛੇ ਪੈ ਗਿਆ। ਤੇ ਜੇਕਰ ਤੁਸੀਂ ਇਹ ਗੱਲ ਕਹਿੰਦੇ ਆ ਵੀ ਕਿਸਾਨਾਂ ਕਰਕੇ ਇਹ ਟੈਂਕਰ ਲੇਟ ਹੋ ਰਹੇ ਆ, ਤੇ ਕਿਸਾਨ ਤਾਂ ਖੁਦ ਕਹਿੰਦੇ ਆ ਵੀ ਭਾਈ ਸਮੱਸਿਆ ਸਾਨੂੰ ਵੀ ਆ ਸਕਦੀ ਹੈ ਕਦੇ ਵੀ, ਤੁਸੀਂ ਸਾਨੂੰ ਘਰੇ ਪਹੁੰਚਦਾ ਕਰੋ, ਬਸ ਸਾਡੀਆਂ ਮੰਗਾਂ ਮੰਨੋ। ਤੁਹਾਡੇ ਕਰਕੇ ਹੀ, ਤੁਹਾਡੀਆਂ ਗਲਤੀਆਂ ਦੇ ਕਰਕੇ, ਕੇਂਦਰ ਦੀਆਂ ਗਲਤੀਆਂ ਕਰਕੇ ਕਿਸਾਨ ਹੁਣ ਤੱਕ ਇੱਥੇ ਬੈਠੇ ਆ। 22 ਜਨਵਰੀ ਨੂੰ ਆਖਰੀ ਮੀਟਿੰਗ ਹੋਈ ਸੀ, ਉਸ ਤੋਂ ਬਾਅਦ ਮੈਂ ਹੁਣ ਤੱਕ ਹਜ਼ਾਰਾਂ ਖਬਰਾਂ ਪੜ੍ਹੀਆਂ, ਬਾਕੀ ਵੀ ਪੱਤਰਕਾਰਾਂ ਨੇ ਹੁਣ ਤੱਕ ਬਹੁਤ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਈ ਕਿਸਾਨ ਵਾਰ-ਵਾਰ ਕਹਿੰਦੇ ਸਾਡੇ ਨਾਲ ਮੀਟਿੰਗ ਕਰੋ, ਕੇਂਦਰ ਦੀ ਸਰਕਾਰ ਕਹਿੰਦੀ ਸਾਡੀਆਂ ਮੰਗਾਂ, ਸਾਡੀਆਂ ਸ਼ਰਤਾਂ ਦੇ ਤਹਿਤ ਤੁਹਾਡੀਆਂ ਮੰਗਾਂ ਮੰਨ ਸਕਦੇ ਹਾਂ, ਪਰ ਸ਼ਰਤਾਂ ਸਾਡੀਆਂ ਕਬੂਲ ਕਰੋ ਫਿਰ ਆਪਾਂ ਮੀਟਿੰਗ ਕਰਦੇ ਹਾਂ। ਜ਼ਿੱਦ ਤੁਹਾਡੀ ਹੈ। ਇਸ ਵਕਤ ਕਿਸਾਨ ਪਰੇਸ਼ਾਨ ਆ ਤੇ ਤੁਸੀਂ ਕਿਸਾਨਾਂ ਦੇ ਉੱਤੇ ਦੋਸ਼ ਮੜਵਾ ਰਹੇ ਹੋ, ਇੱਦਾਂ ਬਹੁਤ ਮਾੜੀ ਗੱਲ ਹੈ। ਪਰ ਕਿਸਾਨ ਇਹ ਗੱਲ ਕਹਿੰਦੇ ਵੀ ਜੋ ਮਰਜ਼ੀ ਕਰੀ ਜਾਣ, ਹੁਣ ਵਾਢੀਆਂ ਦੇ ਵਿੱਚੋਂ ਅਸੀਂ ਥੋੜ੍ਹੀ ਜਿਹੀ ਵਿਹਲੇ ਹੋ ਜਾਣਾ ਤੇ ਨਾਲ ਦੀ ਨਾਲ ਬਾਰਡਰਾਂ ਦੇ ਉੱਤੇ ਫਿਰ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚ ਜਾਣਾ। ਜਿਹੜੇ ਕੱਲ੍ਹ ਤੱਕ ਗੱਲ ਕਹਿੰਦੇ ਸੀ ਆਪਰੇਸ਼ਨ ਕਲੀਨ ਹੋ ਜਾਣਾ, ਇੱਦਾਂ ਹੋ ਜਾਣਾ, ਉਹ ਹੋ ਜਾਣਾ, ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਹਨਾਂ ਨੂੰ ਦੱਸਾਂਗੇ ਵੀ ਭਾਈ ਕਿਵੇਂ ਕਲੀਨ ਹੋ ਜਾਣਾ। ਔਰਤਾਂ ਨੇ ਵੀ ਮੋਰਚਾ ਸਾਂਭਿਆ ਹੋਇਆ ਤੇ 15,000 ਹੋਰ ਕਿਸਾਨ ਮਾਲਵੇ ਦੇ ਵਿੱਚੋਂ ਪਹੁੰਚ ਚੁੱਕਿਆ ਤੇ ਹਾਲੇ ਲੱਖਾਂ ਦੀ ਗਿਣਤੀ ਦੇ ਵਿੱਚ ਹੋਰ ਜਾਊਗਾ ਤੇ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ। ਬਹੁਤੀਆਂ ਖਬਰਾਂ ਚਾਰੇ ਪਾਸੇ ਆਕਸੀਜਨ ਦੀ ਕਿੱਲਤ ਦੇ ਕਰਕੇ ਇਸ ਕਰਕੇ ਆ ਕਿਉਂਕਿ ਇਸ ਵਕਤ ਜ਼ਰੂਰਤ ਸਭ ਤੋਂ ਵੱਡੀ ਜ਼ਿੰਦਗੀ ਬਚਾਉਣ ਦੇ ਲਈ ਆਕਸੀਜਨ ਦੇ ਸਿਲੰਡਰਾਂ ਦੀ ਹੈ। ਜਦੋਂ ਕੇਂਦਰ ਦੀ ਸਰਕਾਰ ਦੇ ਵੱਲੋਂ ਵੇਲੇ ਸਿਰ ਕੋਈ ਸਹੂਲਤ ਨਹੀਂ ਪਹੁੰਚਾਈ ਜਾ ਰਹੀ ਲੋੜਵੰਦਾਂ ਤੱਕ, ਉਸ ਵਕਤ ਕੁਝ ਕੁ ਸਮਾਜ ਸੇਵਕ ਆ ਜਿਹੜੇ ਉਹ ਨਿੱਠ ਕੇ ਅੱਗੇ ਆਉਂਦੇ ਆ, ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ ਆ, ਉਹ ਆਪਣੇ ਧਰਮ ਦੇ ਫਲਸਫੇ ਨੂੰ ਜਾਣਦੇ ਆ, ਉਹ ਫਾਹ ਕਰਨ ਦੇ ਵਿੱਚ ਯਕੀਨ ਨਹੀਂ ਰੱਖਦੇ, ਸਗੋਂ ਕੰਮ ਕਰਨ ਦੇ ਵਿੱਚ ਯਕੀਨ ਰੱਖਣ ਵਾਲੇ ਲੋਕ ਆ। ਤੇ ਜਿਹੜੇ ਲੋਕ ਕੰਮ ਕਰਕੇ ਦਿਖਾਉਂਦੇ ਆ ਤੇ ਉਹਨਾਂ ਦੀ ਚਰਚਾ ਵੀ ਆਪ ਮੁਹਾਰੇ ਹੁੰਦੀ ਹੈ ਤੇ ਹੋਣੀ ਵੀ ਚਾਹੀਦੀ ਤੇ ਸ਼ਾਬਾਸ਼ ਵੀ ਮਿਲਣੀ ਚਾਹੀਦੀ ਹੈ ਤਾਂ ਜੋ ਹੋਰ ਵੀ ਉਤਸ਼ਾਹਿਤ ਹੋ ਕੇ ਉਹਨਾਂ ਵਾਂਗੂ ਕੰਮ ਕਰਨ। ਮੁੰਬਈ ਦੇ ਮਲਾਡ ਖੇਤਰ ਦੇ ਵਿੱਚ ਸ਼ਾਹਨਵਾਜ਼ ਸ਼ੇਖ ਨਾਂ ਦਾ ਇੱਕ ਨੌਜਵਾਨ ਆ, ਉਹਨੇ ਆਪਣੀ 22 ਲੱਖ ਰੁਪਏ ਦੀ SUV ਗੱਡੀ ਵੇਚੀ ਆ। ਪਤਾ ਕਿਉਂ? ਕਿਉਂਕਿ ਉਹਨੂੰ ਇਸ ਗੱਲ ਦੀ ਪੀੜ ਆ, ਉਹਦੇ ਅੰਦਰ ਇਸ ਗੱਲ ਦਾ ਦਰਦ ਆ ਕਿ ਇਸ ਵਕਤ ਸਾਡੇ ਜਿਹੜੇ ਭਾਰਤ ਦੇ ਲੋਕ ਆ ਉਹ ਆਕਸੀਜਨ ਦੀ ਥੁੜ ਦੇ ਕਰਕੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਆ। ਉਹਨੇ 22 ਲੱਖ ਰੁਪਏ ਦੀ ਗੱਡੀ ਵੇਚ ਕੇ ਤੇ ਸਾਰੇ ਦਾ ਸਾਰਾ ਪੈਸਾ ਸਿਲੰਡਰ ਖਰੀਦਣ ਦੇ ਉੱਤੇ ਲਾਤਾ ਤੇ ਉਹ ਹੁਣ ਹਸਪਤਾਲਾਂ ਦੇ ਵਿੱਚ ਸਿਲੰਡਰ ਪਹੁੰਚਾ ਰਿਹਾ। ਜਿੱਥੇ ਵੀ ਲੋੜਵੰਦ ਦਾ ਉਹਨੂੰ ਫੋਨ ਆਉਂਦਾ ਉਹ ਕਹਿੰਦਾ ਜੀ ਕਿ ਮੈਂ ਹਰ ਥਾਂ ਦੇ ਉੱਤੇ ਤਾਂ ਪਹੁੰਚਦੇ ਨਹੀਂ ਕਰ ਸਕਦਾ ਸਿਲੰਡਰ, ਕਿਉਂਕਿ ਮੇਰੇ ਕੋਲੇ ਵੀ ਆਮਦਨ ਦੇ ਸੀਮਤ ਸਾਧਨ ਹੈਗੇ ਆ, ਪਰ ਪਹਿਲਾਂ ਤਾਂ ਮੈਂ 50% ਤੋਂ ਵੱਧ ਲੋੜਵੰਦਾਂ ਦੀ ਮਦਦ ਕਰ ਦਿੰਦਾ ਸੀ। ਇਸ ਵਕਤ ਵੀ ਮੈਂ 20-25% ਲੋਕ ਜਿਹੜੇ ਕਿ ਮੈਨੂੰ ਕੁੱਲ ਫੋਨ ਕਰਦੇ ਉਹਦਾ 20-25% ਹਿੱਸਾ ਮੈਂ ਉਹਨਾਂ ਤੱਕ ਆਕਸੀਜਨ ਦੇ ਸਿਲੰਡਰ ਜਿਹੜੇ ਉਹ ਭੇਜ ਦਿੰਦਾ, ਉਹਨਾਂ ਤੱਕ ਪਹੁੰਚਦੇ ਕਰ ਦਿੰਦਾ। ਤੇ ਉਹਨੇ ਕਿਹਾ ਜੀ ਕਿ ਸਾਡੀ ਟੀਮ ਆ ਜਿਹੜੀ ਉਹ ਵੱਡੀ ਹੋਊਗੀ ਤੇ ਅਸੀਂ ਹੌਲੀ-ਹੌਲੀ ਲੋਕਾਂ ਦੀ ਹੋਰ ਵੀ ਸੇਵਾ ਕਰਾਂਗੇ। ਇਹ ਨੇ ਅਸਲ ਲੋਕ, ਇਹ ਨੇ ਅਸਲ ਕਿਰਦਾਰ ਦੇ ਮਾਲਕ। ਇਸ ਵਕਤ ਜਦੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਲੰਗਰ ਤਿਆਰ ਕਰਕੇ ਪੀੜਤਾਂ ਦੇ ਘਰਾਂ ਤੱਕ ਪਹੁੰਚਦਾ ਕੀਤਾ ਜਾ ਰਿਹਾ, ਉਹਨਾਂ ਨੂੰ ਵੀ ਸਲਾਮ ਆ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਬਾਅਦ ਵਿੱਚ ਕਰਾਂਗੇ ਟਿੱਪਣੀ। ਮਹਾਰਾਸ਼ਟਰ ਦੇ ਵਿੱਚ ਇੱਕ ਪਾਸੇ ਕੋਰੋਨਾ ਦੀ ਦੂਜੀ ਲਹਿਰ ਕਰਕੇ ਮਰੀਜ਼ ਆਕਸੀਜਨ ਦੀ ਕਮੀ ਨਾਲ ਲਗਾਤਾਰ ਦਮ ਤੋੜ ਰਹੇ ਨੇ, ਦੂਜੇ ਪਾਸੇ ਮੁੰਬਈ ਦੇ ਮਲਾਡ ਦੇ ਵਿੱਚ ਰਹਿਣ ਵਾਲੇ ਸ਼ਾਹਨਵਾਜ਼ ਸ਼ੇਖ ਲੋਕਾਂ ਲਈ ਮਸੀਹਾ ਬਣ ਗਏ ਨੇ। ਆਕਸੀਜਨ ਮੈਨ ਦੇ ਤੌਰ ਦੇ ਉੱਤੇ ਮਸ਼ਹੂਰ ਹੋ ਚੁੱਕੇ ਸ਼ੇਖ ਇੱਕ ਫੋਨ ਕਾਲ ਦੇ ਉੱਤੇ ਮਰੀਜ਼ਾਂ ਤੱਕ ਆਕਸੀਜਨ ਪਹੁੰਚਾਉਣ ਦਾ ਕੰਮ ਕਰ ਰਹੇ ਨੇ। ਲੋਕਾਂ ਨੂੰ ਮੁਸ਼ਕਲ ਨਾ ਹੋਵੇ ਇਸ ਲਈ ਉਹਨਾਂ ਨੇ ਇੱਕ ਵਾਰ ਰੂਮ ਵੀ ਤਿਆਰ ਕੀਤਾ ਹੈ। ਸ਼ਾਹਨਵਾਜ਼ ਨੇ ਲੋਕਾਂ ਦੀ ਮਦਦ ਲਈ ਕੁਝ ਦਿਨ ਪਹਿਲਾਂ ਆਪਣੀ 22 ਲੱਖ ਰੁਪਏ ਦੀ SUV ਨੂੰ ਵੇਚ ਦਿੱਤਾ ਸੀ। ਆਪਣੀ ਫੋਰਡ ਐਂਡੇਵਰ ਦੀ ਵਿਕਰੀ ਤੋਂ ਬਾਅਦ ਮਿਲੇ ਪੈਸਿਆਂ ਨਾਲ ਸ਼ਾਹਨਵਾਜ਼ ਨੇ 160 ਆਕਸੀਜਨ ਸਿਲੰਡਰ ਖਰੀਦ ਕੇ ਜ਼ਰੂਰਤਮੰਦਾਂ ਤੱਕ ਪਹੁੰਚਾਏ। ਸ਼ਾਹਨਵਾਜ਼ ਨੇ ਕਿਹਾ ਕਿ ਪਿਛਲੇ ਸਾਲ ਲੋਕਾਂ ਦੀ ਮਦਦ ਦੌਰਾਨ ਸਾਡੇ ਕੋਲ ਪੈਸੇ ਖਤਮ ਹੋ ਗਏ ਸਨ, ਜਿਸ ਤੋਂ ਬਾਅਦ ਮੈਂ ਆਪਣੀ ਕਾਰ ਵੇਚਣ ਦਾ ਫੈਸਲਾ ਕੀਤਾ। ਸ਼ਾਹਨਵਾਜ਼ ਨੇ ਕਿਹਾ ਕਿ ਇਨਫੈਕਸ਼ਨ ਦੀ ਸ਼ੁਰੂਆਤ ਯਾਨੀ ਪਿਛਲੇ ਸਾਲ ਉਹਨਾਂ ਦੇ ਇੱਕ ਦੋਸਤ ਦੀ ਪਤਨੀ ਨੇ ਆਕਸੀਜਨ ਦੀ ਕਮੀ ਕਰਕੇ ਆਟੋ ਰਿਕਸ਼ਾ ਵਿੱਚ ਦਮ ਤੋੜ ਦਿੱਤਾ ਸੀ। ਉਸ ਤੋਂ ਬਾਅਦ ਉਹਨਾਂ ਨੇ ਤੈਅ ਕੀਤਾ ਕਿ ਹੁਣ ਮੁੰਬਈ ਦੇ ਵਿੱਚ ਮਰੀਜ਼ਾਂ ਲਈ ਆਕਸੀਜਨ ਸਪਲਾਈ ਕਰਨ ਦਾ ਕੰਮ ਕਰਨਗੇ। ਇਹਦੇ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਤੇ ਇੱਕ ਵਾਰ ਰੂਮ ਵੀ ਤਿਆਰ ਕੀਤਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਸ਼ਾਹਨਵਾਜ਼ ਸ਼ੇਖ ਹੋਵੇ, ਸੋਨੂ ਸੂਦ ਹੋਵੇ
ਜਾਂ ਖਾਲਸਾ ਏਡ ਹੋਵੇ ਜਾਂ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਕਿ ਕਰੋਨਾ ਕਾਲ ਦੇ ਵਿੱਚ ਇਸ ਵਕਤ ਲੋਕਾਂ ਦੀ ਮਦਦ ਕਰ ਰਹੀਆਂ, ਪੀੜਤਾਂ ਦੀ ਮਦਦ ਕਰ ਰਹੀਆਂ, ਭਾਵੇਂ ਲੰਗਰ ਦੇ ਰੂਪ ਦੇ ਵਿੱਚ ਹੈ, ਭਾਵੇਂ ਦਵਾਈਆਂ ਦੇ ਰੂਪ ਦੇ ਵਿੱਚ ਹੈ, ਭਾਵੇਂ ਉਹਨਾਂ ਦੇ ਵੱਲੋਂ ਆਈਸੋਲੇਸ਼ਨ ਸੈਂਟਰ ਬਣਾਉਣ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਕਿਸੇ ਵੀ ਹੋਰ ਲੋੜ ਦੀ ਪੂਰਤੀ ਦੀ ਗੱਲ ਹੋਵੇ, ਉਹਨਾਂ ਸਾਰਿਆਂ ਨੂੰ ਸਲਾਮ ਕਰਨੀ ਬਣਦੀ ਆ। ਉਹਨਾਂ ਦੇ ਕਰਕੇ ਹੀ ਇਸ ਵਕਤ ਕੁਝ ਨਾ ਕੁਝ ਹੋ ਰਿਹਾ, ਨਹੀਂ ਸਰਕਾਰਾਂ ਨੇ ਤਾਂ ਪੱਠਾ ਬਿਠਾਤਾ ਸੀਗਾ, ਇਹਦੇ ਬਾਰੇ ਆਪਾਂ ਜਾਣਦੇ ਹਾਂ। ਸੋ ਬੇਸ਼ੱਕ ਕੋਈ ਇਹ ਕਵੇ ਕੱਲ੍ਹ ਨੂੰ, ਕੋਈ ਪਤਾ ਨਹੀਂ ਹੁੰਦਾ ਗਾ। ਇਸ ਵਕਤ ਭਾਰਤ ਦੇ ਵਿੱਚ ਮਾਹੌਲ ਇਹੋ ਜਿਹਾ ਚੱਲ ਰਿਹਾ ਕਿ ਸ਼ਾਹ ਨਵਾਜ਼ ਸ਼ੇਖ ਤਾਂ ਮੁਸਲਮਾਨ ਵਿਅਕਤੀ ਹੈ, ਇਹ ਤਾਂ ਜੀ ਕਿਸੇ ਸਾਜ਼ਿਸ਼ ਤਹਿਤ ਮਦਦ ਕਰ ਰਿਹਾ, ਕਿਉਂਕਿ ਅੱਜ ਕੱਲ੍ਹ ਉੱਠ ਕੇ ਕੋਈ ਵੀ ਕਿਸੇ ਬਾਰੇ ਵੀ ਕੁਝ ਕਹਿ ਦਿੰਦਾ। ਪਰ ਇਹਨਾਂ ਨੌਜਵਾਨਾਂ ਦੇ ਉੱਤੇ ਮਾਣ ਕਰਨਾ ਚਾਹੀਦਾ। ਇਹੋ ਜਿਹੇ ਨੌਜਵਾਨ ਘਰ ਘਰ ਦੇ ਵਿੱਚ ਪੈਦਾ ਹੋਣੇ ਚਾਹੀਦੇ ਆ। ਸਾਨੂੰ ਆਪ ਇਹੋ ਜਿਹਾ ਬਣਨਾ ਚਾਹੀਦਾ। ਜ਼ਰੂਰਤ ਇਸ ਗੱਲ ਦੀ ਆ, ਨਾ ਇਹਨਾਂ ਨੇ ਸ਼ਾਇਦ ਕੋਈ ਚੋਣ ਲੜਨੀ ਹੋਵੇ, ਨਾ ਇਹਨਾਂ ਨੇ ਕਦੇ ਕਿਸੇ ਤੋਂ ਸਨਮਾਨ ਲੈਣਾ ਹੋਵੇ, ਨਾ ਇਹਨਾਂ ਨੇ ਕਦੇ ਕਿਸੇ ਤੋਂ ਫੰਡ ਇਕੱਠੇ ਕਰਨੇ ਹੋਣ, ਪਰ ਫਿਰ ਵੀ ਕੁਝ ਨਾ ਕੁਝ ਕਰ ਰਹੇ ਆ। ਉਹ ਆਪਣੀਆਂ ਚੀਜ਼ਾਂ ਵੇਚ ਕੇ ਮਦਦ ਕਰ ਰਹੇ ਆ। ਤੇ ਜੇਕਰ ਇਹ ਲੋਕਾਂ ਬਾਰੇ, ਆਪਣੇ ਵਰਗਿਆਂ ਬਾਰੇ ਇੰਨਾ ਸੋਚ ਸਕਦੇ ਆ, ਤਾਂ ਜਿਹੜੇ ਲੋਕਾਂ ਨੂੰ ਵੋਟਾਂ ਪਾ ਪਾ ਕੇ ਮੰਤਰੀ ਬਣਾਇਆ, ਕਿਸੇ ਨੂੰ ਵਿਧਾਇਕ ਬਣਾਇਆ, ਕਿਸੇ ਨੂੰ MP ਬਣਾਇਆ, ਕਿਸੇ ਨੂੰ ਹੋਰ ਰੁਤਬੇ ਤੇ ਪਹੁੰਚਾਇਆ, ਉਹ ਇਹਨਾਂ ਸਧਾਰਨ ਲੋਕਾਂ ਦੀ, ਪੀੜਤ ਲੋਕਾਂ ਦੀ ਮਦਦ ਕਿਉਂ ਨਹੀਂ ਕਰਦੇ? ਸਵਾਲਾਂ ਦਾ ਸਵਾਲ ਇਹ ਆ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਜਿੰਨੀ ਵੀ ਅਸੀਂ ਮਦਦ ਕਰ ਸਕਦੇ ਹਾਂ ਲੋਕਾਂ ਦੀ ਜ਼ਿੰਦਗੀ ਬਚਾਉਣ ਦੇ ਲਈ, ਉਹ ਕਰੀਏ। ਤੇ ਜਿਹੜੇ ਲੋਕ ਇਸ ਵਕਤ ਸਿਰਫ ਤੇ ਸਿਰਫ ਵਿਖਾਵਾ ਕਰਦੇ ਆ, ਉਹਨਾਂ ਦੀ ਅਸੀਂ ਪਛਾਣ ਕਰੀਏ, ਕਿਉਂਕਿ ਜ਼ਰੂਰਤ ਇਸ ਵਕਤ ਜ਼ਿੰਦਗੀਆਂ ਨੂੰ ਬਚਾਉਣ ਦੀ ਆ, ਨਾ ਕਿ ਲਾਸ਼ਾਂ ਦੇ ਉੱਤੇ ਰੋਟੀਆਂ ਸੇਕਣ ਦੀ, ਸਿਵਿਆਂ ਦੇ ਉੱਤੇ ਰੋਟੀਆਂ ਸੇਕਣ ਦੀ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।